Students, in this lecture, we will discuss about the structure of the brain. As we all know, the central nervous system has two parts, brain and the spinal cord. Now, brain, it acts as a command and control system of the body activities. And we know that it is located in the brain box, in the cranium. ठीक है, ਤੇ ਜਿਹੜੀ ਸਪਾਈਨਲ ਕੋਰਡ ਹੈ ਆਪਾਂ ਨੂੰ ਪਤਾ ਇਟ ਹੈਲਪਸ ਇਨ ਕੰਡਕਟਿੰਗ ਦੀ ਇੰਪਲਸ ਇਟ ਇਜ਼ ਮੇਡ ਅਪ ਆਫ ਗ੍ਰੇ ਮੈਟਰ ਐਂਡ ਵਾਈਟ ਮੈਟਰ ਇਟ ਡਿਪੈਂਡਸ ਇਹ ਮੈਂ ਐਕਸਪਲੇਨ ਕਰੂੰਗੀ ਵਾਟ ਇਜ਼ ਵਾਈਟ ਐਂਡ ਦ ਗ੍ਰੇ ਮੈਟਰ ਹੁਣ ਬੇਟੇ ਆਪਾਂ ਨੂੰ ਪਤਾ ਹੈ ਵੀ ਬ੍ਰੇਨ ਹੈ ਜਿਹੜਾ ਸਕਲ ਦੇ ਵਿੱਚ ਪਿਆ ਹੈ ਇਟਸ ਅ ਬੋਨੀ ਸਕਲ ਤੇ ਬ੍ਰੇਨ ਬਹੁਤ ਸੌਫਟ ਹੈ ਹੁਣ ਬ੍ਰੇਨ ਨੂੰ ਸਕਲ ਦੇ ਭਾਰ ਤੋਂ ਵੀ ਬਚਾਉਣਾ ਹੈ ਖੋਪੜੀ ਹੈ ਜਿਹੜੀ ਖੋਪੜੀ ਦੇ ਵਿੱਚ ਬ੍ਰੇਨ ਪਿਆ ਤੇ ਖੋਪੜੀ ਤਾਂ ਬੋਨਸ ਦੀ ਬਣੀ ਹੈ ਉਹਦਾ ਭਾਰ ਹੈ ਤਾਂ ਬ੍ਰੇਨ ਦਾ ਜਿਹੜਾ ਹੈਗਾ ਵੀ ਬ੍ਰੇਨ ਤੇ ਭਾਰ ਨਾ ਪੈ ਜਾਏ ਖੋਪੜੀ ਦਾ ਇਹਦੇ ਬਚਾਉਣ ਲਈ ਬ੍ਰੇਨ ਦੇ ਬਾਹਰ 3 ਲੇਅਰਸ ਹੈ ਜਿਨ੍ਹਾਂ ਨੂੰ ਆਪਾਂ ਕਹਿੰਦੇ ਆ meninges cranial meninges so brain is covered by 3 layers from outside which is called as cranial meninges ਸਭ ਤੋਂ ਬਾਹਰਲੀ ਹੈਗੀ ਹੈ ਜਿਹੜੀ ਆਊਟਰ ਮੋਸਟ ਦੈਟ ਇਜ਼ ਦੀ ਡਿਊਰਾ ਮੈਟਰ ਫਿਰ ਅਰੈਕਨੋਇਡ ਫਿਰ ਪੀਆ ਮੈਟਰ ਜਿਵੇਂ ਆਪਾਂ ਰੇ ਪਾਉਣੇ ਨਾ DAP ਉਵੇਂ ਯਾਦ ਕਰ ਲਓ DAP ਆਊਟਰ ਮੋਸਟ ਮਿਡਲ ਐਂਡ ਦੀ ਇਨਰ ਮੋਸਟ ਡਿਊਰਾ ਮੈਟਰ ਇਟ ਇਜ਼ ਟਫ ਫਾਈਬਰਸ ਐਂਡ ਇਟ ਇਜ਼ ਕਲੋਜ਼ ਟੂ ਦੀ ਇਨਰ ਸਾਈਡ ਆਫ ਦਾ ਸਕਲ ਤੇ ਜਿਹੜੀ ਅਰੈਕਨੋਇਡ ਮੈਂਬਰੇਨ ਹੈ ਇਹ ਥਿਨ ਮੈਂਬਰੇਨ ਹੈ ਪੀਆ ਮੈਟਰ ਹੈ ਇਟ ਇਜ਼ ਆਲਸੋ ਥਿਨ ਐਂਡ ਡੈਲੀਕੇਟ ਤੇ ਇਹ ਬ੍ਰੇਨ ਵਾਲੇ ਪਾਸੇ ਪਈ ਹੈ ਜਿਹੜੀ ਡਿਊਰਾ ਮੈਟਰ ਹੈ ਸਕਲ ਵਾਲੇ ਪਾਸੇ ਪਈ ਹੈ ਸੋ ਇਨ ਆਰਡਰ ਟੂ ਪ੍ਰੋਟੈਕਟ ਦਾ ਬ੍ਰੇਨ ਵੀ ਹੈਵ 3 membranes ਜਾਂ 3 layers they are called as meninges the cranial meninges DAP ਤੋਂ ਤੁਸੀਂ ਉਹਨੂੰ ਯਾਦ ਰੱਖਣਾ ਤੇ ਬੇਟੇ ਹੁਣ ਦੇਖੋ ਹੁਣ ਬ੍ਰੇਨ ਦਾ ਵੀ ਭਾਰ ਹੈ ਤੇ ਬ੍ਰੇਨ ਖੜਾ ਕਾਹਦੇ ਤੇ ਹੈ ਨੈਕ ਤੇ ਨੈਕ ਦੇ ਵਿੱਚ 7 ਹੀ ਵਰਟੀਬਰਾ ਹੈ ਹੁਣ ਇੰਨੇ ਭਾਰ ਵਾਲੀ ਚੀਜ਼ ਜੇ ਨੈਕ ਤੇ ਖੜੀ ਹੈ ਤਾਂ ਨੈਕ ਟੇਢੀ ਵੀ ਹੋ ਸਕਦੀ ਹੈ ਬੈਂਡ ਹੋ ਸਕਦੀ ਹੈ ਨੈਕ ਨੂੰ ਮਤਲਬ ਇੰਨਾ ਪ੍ਰੈਸ਼ਰ ਝੱਲਣਾ ਮੁਸ਼ਕਿਲ ਹੈ ਤਾਂ ਕੁਦਰਤ ਨੇ ਕੀ ਕੀਤਾ ਬ੍ਰੇਨ ਦੇ ਆਸੇ-ਪਾਸੇ ਇੱਕ ਫਲੂਇਡ ਬਣਾਇਆ ਤੇ ਉਹਦੇ ਵਿੱਚ ਬ੍ਰੇਨ ਨੂੰ ਪਾਤਾ ਜਦੋਂ ਕੋਈ ਚੀਜ਼ ਫਲੂਇਡ 'ਚ ਹੁੰਦੀ ਹੈ ਨਾ ਤਾਂ ਉਹ ਲਾਈਟ ਫੀਲ ਹੁੰਦੀ ਹੈ ਹਲਕੀ ਫੀਲ ਹੁੰਦੀ ਹੈ ਵੇਟਲੈਸ ਫੀਲ ਹੁੰਦੀ ਹੈ ਤਾਂ ਉਸ ਫਲੂਇਡ ਦਾ ਨਾਮ ਹੈ ਸੈਰੀਬਰੋਸਾਈਨਲ ਫਲੂਇਡ so the brain is present inside a fluid so the function of the cerebrospinal fluid is कि ਇਹ protect ਕਰਦਾ ਹੈ brain from mechanical injury ਜਾਂ shock ਕੋਈ ਝਟਕਾ ਨਾ ਲੱਗ ਜੇ ਤੇ ਮਟੀਰੀਅਲਸ ਜਿਹੜੇ ਐਕਸਚੇਂਜ ਹੋਣੇ ਆ ਉਹਨਾਂ ਦੇ ਵਿੱਚ ਵੀ ਇਹ ਹੈਲਪ ਕਰਦਾ ਹੈ ਬ੍ਰੇਨ ਨੂੰ ਮੋਇਸਟ ਰੱਖਦਾ ਹੈ ਤੇ ਪ੍ਰੋਟੈਕਟ ਕਰਦਾ ਸੋ ਬ੍ਰੇਨ ਇਜ਼ ਪ੍ਰੈਜ਼ੈਂਟ ਇਨਸਾਈਡ ਅ ਸਪੈਸ਼ਲ ਫਲੂਇਡ ਬ੍ਰੇਨ ਨੂੰ ਬਚਾਉਣ ਲਈ ਤਾਂ 3 ਮੈਂਬਰੇਨਸ ਹੈ ਡਿਊਰਾ ਮੈਟਰ ਅਰੈਕਨੋਇਡ ਤੇ ਪੀਆ ਮੈਟਰ ਪਰ ਬ੍ਰੇਨ ਇੱਕ ਫਲੂਇਡ ਦੇ ਵਿੱਚ ਪਿਆ ਤਾਂ ਕਿ ਬ੍ਰੇਨ ਨੂੰ ਸ਼ੌਕ ਇੰਜਰੀ ਨਾ ਲੱਗ ਸਕੇ ਤੇ ਆਪਣੀ ਜਿਹੜੀ ਨੈਕ ਹੈ ਉਹਨੂੰ ਇੰਨਾ ਭਾਰ ਨਾ ਲੱਗੇ ਸੋ ਦੈਟ ਇਜ਼ ਦੀ ਸੈਰੀਬਰੋਸਪਾਈਨਲ ਫਲੂਇਡ ਵਿਚ ਪ੍ਰੋਟੈਕਟਸ ਦੀ ਬ੍ਰੇਨ ਇਸ ਫਲੂਇਡ ਦੇ ਥਰੂ ਹੀ ਐਕਸਚੇਂਜ ਆਫ ਫੂਡ ਮਟੀਰੀਅਲ ਰੈਸਪੀਰੇਟਰੀ ਗੈਸਿਸ ਹੁੰਦੀ ਹੈ ਤੇ ਇਹ ਸ਼ੌਕ ਤੇ ਇੰਜਰੀ ਤੋਂ ਵੀ ਬਚਾਉਂਦਾ ਫਿਰ ਮੈਂ ਬੇਟੇ ਤੁਹਾਨੂੰ ਦੱਸਿਆ ਅਬਾਊਟ ਦਾ ਸਪਾਈਨਲ ਕੋਰਡ ਕਿ ਇਹ ਗ੍ਰੇ ਮੈਟਰ ਦੀ ਤੇ ਵਾਈਟ ਮੈਟਰ ਦੀ ਬਣੀ ਹੈ ਗ੍ਰੇ ਮੈਟਰ ਤੇ ਵਾਈਟ ਮੈਟਰ ਕਿਉਂ ਕਿਹਾ ਹੈ ਕਿਉਂਕਿ ਇਹ ਗ੍ਰੇ ਇਨ ਕਲਰ ਹੈ ਜਿਹੜਾ ਗ੍ਰੇ ਮੈਟਰ ਹੈ ਇਟ ਇਜ਼ ਗ੍ਰੇ ਇਨ ਕਲਰ ਗ੍ਰੇ ਇਨ ਕਲਰ ਕਿਉਂ ਹੈ ਕਿਉਂਕਿ ਇਹਦੇ ਵਿੱਚ ਸਿਰਫ ਸੈੱਲ ਬੋਡੀਜ਼ ਪਈਆਂ ਸਾਈਟੋਨ ਪਿਆ ਨਿਊਰੋਨ ਦੇ ਆਪਾਂ ਪਾਰਟਸ ਕੀਤੇ ਆ ਸੈੱਲ ਬੋਡੀ ਤੇ ਐਗਜ਼ੋਨ ਜਦੋਂ ਕੱਲੀਆਂ ਸੈੱਲ ਬੋਡੀਜ਼ ਪਈਆਂ ਹੋਣ ਤੇ ਦੇ ਗਿਵ ਗ੍ਰੇ ਕਲਰ ਤਾਂ ਇਹਨੂੰ ਕਹਿੰਦੇ ਆ ਗ੍ਰੇ ਮੈਟਰ ਜਦੋਂ ਐਗਜ਼ੋਨਸ ਪਏ ਹੋਣ ਐਗਜ਼ੋਨਸ ਦੇ ਬਾਹਰ ਆਪਾਂ ਨੂੰ ਪਤਾ ਮਾਈਲਿਨ ਸ਼ੀਥ ਪਈ ਹੈ ਤਾਂ ਜਦੋਂ ਮਾਈਲਿਨ ਸ਼ੀਥ ਪਈ ਹੈ ਤਾਂ
वाइट कलर की अपीयरेंस आती है, सो इट इज़ कॉल्ड दी वाइट मैटर। तो स्पाइनल कॉर्ड इट इज़ मेड अप ऑफ टू टाइप्स ऑफ द थिंग्स, द वाइट मैटर एंड द grey matter. Grey only cell body is present, white means axons are present and the axons they secrete myelin sheath which gives a white colored look. Now if we talk about the weight of the brain, it is about 1200 to 1400 grams in adult. It is located in the cranium and the brain is made up of 100 billion neurons. ਆਪਾਂ ਇੱਕ ਨਿਊਰੋਨ ਦਾ ਸਟਰਕਚਰ ਕੀਤਾ ਤੇ ਦੇਖੋ 100 ਬਿਲੀਅਨ ਨਿਊਰੋਨਸ ਆਰ ਪ੍ਰੈਜ਼ੈਂਟ ਇਨ ਅ ਬ੍ਰੇਨ। ਨਾਓ ਦੀ ਪਾਰਟਸ ਆਫ ਦੀ ਬ੍ਰੇਨ ਨੂੰ ਬੇਟੇ ਐਨਸੈਫੇਲਨ ਕਹਿੰਦੇ ਆ। ਐਨਸੈਫੇਲਨ ਜੇ ਆਪਾਂ ਸਾਇੰਟੀਫਿਕ ਭਾਸ਼ਾ 'ਚ ਗੱਲ ਕਰਨੀ ਹੈ ਤਾਂ ਇਟ ਇਜ਼ ਕਾਲਡ ਐਜ਼ ਐਨਸੈਫੇਲਨ ਐਂਡ ਇਟ ਇਜ਼ ਡਿਵਾਈਡਡ ਇਨਟੂ 3 ਪਾਰਟਸ। प्रोसेफेलॉन the forebrain or the front part of the brain, मत्था जिथे मत्थे दे अंदर। mesencephalon mid brain, the middle part of the brain। rhombocephalon the hind brain, back side of the face है जेड़ा part, that is the hind brain। the proencephalon or the forebrain is further divided into 3 parts: olfactory lobes, the cerebrum and the diencephalon। Cerebrum is also called the cerebral hemisphere and it is the largest part of the brain। cerebrum ਸਭ ਤੋਂ ਵੱਡਾ ਜ਼ਿਆਦਾ ਜਗ੍ਹਾ ਬ੍ਰੇਨ ਦੀ ਰੋਕੀ ਹੋਈ ਹੈ cerebrum ਨੇ। ਤੇ ਇਹਦੇ ਵਿੱਚ ਬੇਟੇ ਜਿਵੇਂ ਅਖਰੋਟ ਦੇ ਵਿੱਚ ਵਾਢੇ ਜੇ ਹੁੰਦੇ ਆ ਨਾ, ਉਵੇਂ ਵਾਢੇ ਹੈ, ਫੋਲਡਸ ਹੈ, ਤਾਂ ਕਿ ਵੱਧ ਤੋਂ ਵੱਧ ਨਿਊਰੋਨਸ ਆ ਸਕਣ। ਜਿੰਨੇ ਜ਼ਿਆਦਾ ਨਿਊਰੋਨਸ ਹੋਣਗੇ ਉਨੀ ਬ੍ਰੇਨ ਦੀ ਜਿਹੜੀ ਹੈ ਕਪੈਸਿਟੀ ਹੈ ਉਹ ਵਧੂਗੀ। ਦੀ ਥਰਡ ਪਾਰਟ ਇਜ਼ ਦੀ ਡਾਇਨਸੈਫਲਨ। ਜਿਹੜਾ ਮਿਡ ਬ੍ਰੇਨ ਹੈ ਇਟ ਹੈਜ਼ 2, ਇਹਦੇ ਆਪਾਂ 2 ਪਾਰਟਸ ਕਰਾਂਗੇ, ਆਪਟਿਕ ਲੋਬਸ ਐਂਡ ਸੈਰੀਬਰਲ ਪਿਡੰਕਲਸ। ਜਿਹੜਾ ਹਾਈਂਡ ਬ੍ਰੇਨ ਹੈ ਬੇਟੇ ਇਹਦੇ ਵੀ ਫਰਦਰ ਇਹਦੇ 3 ਪਾਰਟਸ ਹੈ। ਸੈਰੀਬੈਲਮ ਯਾਦ ਰੱਖਣਾ, ਇਹ ਸੈਰੀਬ੍ਰਮ ਫੋਰ ਬ੍ਰੇਨ ਦਾ ਪਾਰਟ ਹੈ ਤੇ ਸੈਰੀਬੈਲਮ ਹਾਈਂਡ ਬ੍ਰੇਨ ਦਾ ਪਾਰਟ ਹੈ। ਸੈਰੀਬ੍ਰਮ ਸੈਰੀਬੈਲਮ ਦੋਨੇ ਕਨਫਿਊਜ਼ਿੰਗ ਬਹੁਤ ਹੈ। ਸੈਰੀਬ੍ਰਮ ਸੈਰੀਬੈਲਮ, ਪੋਂਸ ਮੈਡੂਲਾ ਓਬਲੋਂਗੇਟਾ, right? So these parts of the brain I am going to explain one by one। ਬ੍ਰੇਨ ਨੂੰ ਨਾ ਬੇਟੇ ਆਪਾਂ ਸਿੱਧਾ ਨਹੀਂ ਕਰ ਸਕਦੇ, ਉਹਨੂੰ ਸਾਈਡ ਵਿਊ ਤੋਂ ਦੇਖਾਂਗੇ ਨਾ ਫੇਰ ਹੀ ਆਪਾਂ ਸਹੀ ਸਟੱਡੀ ਉਹਦੀ ਕਰ ਸਕਦੇ ਹਾਂ। ਤਾਂ ਬ੍ਰੇਨ ਦੇ ਵਿੱਚ ਬੇਟੇ ਸਭ ਤੋਂ ਪਹਿਲਾਂ ਜਿਹੜੇ ਹੈਗੇ ਆ ਹੁੰਦੇ ਆ olfactory, ਫੋਰ ਬ੍ਰੇਨ ਦਾ ਜਿਹੜਾ ਸਭ ਤੋਂ ਪਹਿਲਾ ਪਾਰਟ ਹੈ ਦੈਟ ਇਜ਼ ਦੀ olfactory lobes। ਇਹ ਸਮੋਲ ਸਟਰਕਚਰਸ ਆ ਜਿਨ੍ਹਾਂ ਦਾ ਉੱਤੋਂ ਗੋਲ ਹੁੰਦੇ ਆ ਹੈਡ ਜੇ ਤੇ ਥੱਲੇ ਆ ਟੇਲ ਵਰਗਾ ਸਟਰਕਚਰ ਹੁੰਦਾ। ਦੇ ਆਰ ਕਵਰਡ ਬਾਈ ਸੈਰੀਬਰਲ ਹੈਮੀਸਫੀਅਰ। ਸੈਰੀਬਰਮ ਨੂੰ ਕੀ ਕਿਹਾ? ਸੈਰੀਬਰਲ ਹੈਮੀਸਫੀਅਰ। ਆਪਾਂ ਕਿਹਾ ਇਹ ਬ੍ਰੇਨ ਦਾ ਸਭ ਤੋਂ ਲਾਰਜੈਸਟ ਪਾਰਟ ਹੈ ਤੇ ਇਹ ਇਹਨੂੰ ਦੱਬੀ ਰੱਖਦਾ। ਜਿਹੜਾ ਸੈਰੀਬਰਮ ਹੈ olfactory lobes ਉਹਦੇ ਵਿੱਚ ਦੱਬੇ ਜਿਹੇ ਹੁੰਦੇ ਆ, ਪਤਾ ਜਾਂ ਨਹੀਂ ਲੱਗਦਾ, ਠੀਕ ਹੈ। ਇਹ ਕਹਿੰਦਾ ਸਿਰਫ ਵੈਂਟਰਲ ਸਾਈਡ ਤੋਂ ਹੀ ਆਪਾਂ ਉਹਨਾਂ ਨੂੰ ਦੇਖ ਸਕਦੇ ਹਾਂ, ਠੀਕ ਹੈ। ਤੇ ਇਹਨਾਂ ਦਾ ਫੰਕਸ਼ਨ ਹੈ ਡਿਟੈਕਸ਼ਨ ਆਫ ਸਮੈਲ। olfactory word is related to the nose, it helps in the detection of the smell। next I come to the cerebrum or the cerebral hemisphere, it is the largest part। ਤੇ ਇਹ 2 ਲੋਬਸ ਦੇ ਵਿੱਚ ਡਿਵਾਈਡ ਹੋਇਆ ਹੁੰਦਾ, 2 ਹਿੱਸਿਆਂ ਦੇ ਵਿੱਚ ਡਿਵਾਈਡ ਹੋਇਆ ਹੁੰਦਾ, ਰਾਈਟ ਸੈਰੀਬਰਲ ਹੈਮੀਸਫੀਅਰ ਐਂਡ ਦਾ ਲੈਫਟ ਸੈਰੀਬਰਲ ਹੈਮੀਸਫੀਅਰ। ਇਹ 2 ਹਿੱਸਿਆਂ ਦੇ ਵਿੱਚ ਜਿਹੜਾ ਹੈ ਜੇ ਆਪਾਂ ਨੂੰ ਦੇਖੀਏ 2 ਹਿੱਸੇ ਦੇ ਹੁੰਦੇ ਆ। ਆਹ ਦੇਖੋ, ਆ ਜਿਵੇਂ ਆਹ ਰਾਈਟ ਸੈਰੀਬਰਲ ਹੈਮੀਸਫੀਅਰ ਤੇ ਆ ਲੈਫਟ ਸੈਰੀਬਰਲ ਹੈਮੀਸਫੀਅਰ, 2 ਕਹਿੰਦਾ ਹਿੱਸਿਆਂ ਦੇ ਵਿੱਚ ਇਹ ਜਿਹੜਾ ਹੈਗਾ ਇਹ ਵੰਡਿਆ ਹੁੰਦਾ। ਤੇ ਦੇਖਣ 'ਚ ਇਸ ਤਰ੍ਹਾਂ ਹੁੰਦਾ ਬ੍ਰੇਨ ਜਿਹੜਾ ਆਪਣਾ। ਜਸਟ ਲੈਟ ਮੀ ਸ਼ੋ ਇਟ ਟੂ ਯੂ। ਆਹ ਦੇਖੋ ਇਸ ਤਰ੍ਹਾਂ ਆਪਾਂ ਨੂੰ ਇਹ ਲੱਗਦਾ ਵੀ ਵਿੱਚ ਆਹ ਵਾਢਾ ਹੈਗਾ, ਪਰ ਇਹ ਥੱਲਿਓਂ ਕਿਤੋਂ ਨਾ ਕਿਤੋਂ ਇੱਕ ਦੂਜੇ ਦੇ ਨਾਲ ਜੁੜਿਆ ਹੁੰਦਾ। ਉੱਤੋਂ ਵਾਢਾ ਹੀ ਲੱਗਦਾ ਪਰ ਥੱਲੜੇ ਪਾਸਿਓਂ ਇਹ ਜੁੜਿਆ ਹੁੰਦਾ। ਤਾਂ ਜਿਹੜੇ 2 ਲੋਬਸ ਹੈ ਜਿਹੜੇ ਤੇ 2 ਲੋਬਸ ਹੈ ਜਿਹੜੇ
the right cerebral hemisphere and the left cerebral hemisphere। ਇਹਨਾਂ ਦੇ ਵਿੱਚ ਜਿਹੜਾ ਵਾਢਾ ਹੁੰਦਾ, ਜਿਹੜਾ ਇਹਨਾਂ ਨੂੰ ਸੈਪਰੇਟ ਕਰਦਾ ਹੈ, ਠੀਕ ਹੈ, ਉਹਨੂੰ ਕਹਿੰਦੇ ਸੈਰੀਬਰਲ ਫਿਸ਼ਰ, ਸੈਰੀਬਰਲ ਫਿਸ਼ਰ। ਪਰ ਇਹ ਥੱਲੜੇ ਪਾਸਿਓਂ ਮੈਂ ਤੁਹਾਨੂੰ ਦੱਸਿਆ ਉੱਤੋਂ ਲੱਗਦਾ ਵੀ ਅਲੱਗ ਅਲੱਗ ਹੈ, ਪਰ ਜੇ ਥੱਲੜੇ ਪਾਸਿਓਂ ਇਹ ਜੁੜੇ ਹੋਏ ਹੈ ਵਿਦ ਦੀ ਹੈਲਪ ਆਫ ਦੀ ਨਰਵ ਫਾਈਬਰਸ, ਮਾਈਲੀਨੇਟਡ ਐਗਜ਼ੋਨਸ ਦੀ ਹੈਲਪ ਦੇ ਨਾਲ ਸੀ ਸ਼ੇਪਡ ਸਟਰਕਚਰ ਹੈ ਜਿਹੜਾ, ਉਹਦੀ ਹੈਲਪ ਦੇ ਨਾਲ ਇਹ ਥੱਲਿਓਂ ਜੁੜਿਆ। ਜਮਾਂ ਇਹਨਾਂ ਨੂੰ ਬਾਹਰੋਂ ਦੇਖਣ ਨੂੰ ਲੱਗਦਾ ਵੀ ਅੱਡ ਅੱਡ ਹੈ, ਪਰ ਇਹਨਾਂ ਨੂੰ ਜਮਾਂ ਇੱਕ ਵੀ ਅੱਡ ਅੱਡ ਨਹੀਂ ਕੀਤਾ ਜਾ ਸਕਦਾ, ਦੋ ਹਿੱਸਿਆਂ 'ਚ ਬ੍ਰੇਨ ਨੂੰ ਨਹੀਂ ਕੀਤਾ ਜਾ ਸਕਦਾ। ਦੇਖਣ 'ਚ ਐਂ ਆ ਵੀ ਵੱਡ ਹੈ, ਪਰ ਨੀਚੋਂ ਇਹ ਵਾਢੇ ਨੂੰ ਕਹਿੰਦੇ ਆ ਸੈਰੀਬਰਲ ਫਿਸ਼ਰ, ਅਤੇ ਨੀਚੋਂ ਜਿਹੜੇ ਹਿੱਸੇ ਨਾਲ ਸੀ ਸ਼ੇਪਡ ਹਿੱਸੇ ਨਾਲ ਇਹ ਜੁੜੇ ਪਏ ਆ, ਦੋਨੋਂ ਲੋਬਸ ਅੱਡ ਅੱਡ ਨਹੀਂ ਹੋ ਸਕਦੇ। ਦੈਟ ਇਜ਼ ਦੀ ਕਾਰਪਸ ਕੈਲੋਸਮ, ਕਾਰਪਸ ਕੈਲੋਸਮ। ਅਤੇ ਬੇਟੇ ਜਿਹੜਾ ਇਹਦਾ ਜਿਹੜਾ ਇਹ ਹੈਗਾ, ਜਿਹੜਾ ਇਹਦਾ ਸਰਫੇਸ ਹੈ ਉਹ ਮੈਂ ਤੁਹਾਨੂੰ ਦਿਖਾਇਆ ਐਂ, ਮਤਲਬ ਸਮੂਥ ਨਹੀਂ ਹੈਗਾ, ਐਂ ਵਾਢੇ ਹੈ ਇਹਦੇ ਵਿੱਚ। ਦੀ ਆਊਟਰ ਸਰਫੇਸ ਆਫ ਦੀ ਸੈਰੀਬਰਮ ਇਜ਼ ਨੋਟ ਸਮੂਥ, ਇਟ ਹੈਜ਼ ਰਿਜਿਸ ਐਂਡ ਫਰੋਜ਼। ਉੱਤੇ ਉੱਠੀ ਚੀਜ਼ ਨੂੰ ਰਿਜ ਕਹਿੰਦੇ ਆ ਅਤੇ ਖੱਡ ਨੂੰ ਫਰੋ ਕਹਿੰਦੇ ਆ। ਤਾਂ ਕੀ ਕਹਿੰਦਾ ਇਹ, ਤਾਂ ਹੈ ਇਹਦੇ ਵਿੱਚ ਵਾਢੇ, ਇੰਨੇ ਫੋਲਡਸ ਤਾਂ ਬਣੇ ਆ ਤਾਂ ਕਿ ਵੱਧ ਤੋਂ ਵੱਧ ਨਿਊਰੋਨਸ ਆ ਸਕਣ। ਜਿਹੜੇ ਤਾਂ ਬਲਜਿਸ ਹੈ, ਉੱਤੇ ਉੱਠੀ ਹੋਈ ਚੀਜ਼ ਹੈ ਜਿਹੜੀ, ਜਿਵੇਂ ਆਹ ਹੋ ਗਈ, ਇਹਨੂੰ ਕਹਿੰਦੇ ਆ ਗਾਇਰੀ। ਜਿਹੜੇ ਵਾਢੇ ਹੈ, ਵਾਢੇ ਖੱਡੇ, ਦੇ ਆਰ ਕੋਲਡ ਐਜ਼ ਸਲਕਾਈ। ਐਂਡ ਇਹ ਆਹ ਜਿਹੜਾ ਸਟਰਕਚਰ ਹੈ ਜਿਹੜਾ ਇਹਨੂੰ ਦੋ ਹਿੱਸਿਆਂ 'ਚ ਡਿਵਾਈਡ ਕਰਦਾ, ਇਹਨੂੰ ਆਪਾਂ ਜਿਹੜਾ ਵਾਢਾ ਇਹਨੂੰ ਕਹਿੰਦੇ ਸੈਰੀਬਰਲ ਫਿਸ਼ਰ। ਹੁਣ ਬੇਟੇ ਆਪਾਂ ਇਹਦੇ ਡੋਰਸਲ ਪਾਸੇ, ਉੱਪਰ ਵਾਲੇ ਪਾਸੇ 'ਚੋਂ ਹੀ ਦੇਖ ਸਕਦੇ ਹਾਂ, ਨਹੀਂ ਦੇਖ ਸਕਦੇ, ਠੀਕ ਹੈ। ਲੇਟਰਲ ਵਿਊ 'ਚੋਂ ਆਪਾਂ ਨੂੰ ਹੈਮੀਸਫੀਅਰਸ, ਜਦੋਂ ਆਪਾਂ ਲੇਟਰਲ ਵਿਊ ਦੇਖਾਂਗੇ ਨਾ ਐਵੇਂ ਦੇਖਾਂਗੇ, ਇੱਥੋਂ ਆ, ਇਹਨੂੰ ਲੇਟਰਲ ਵਿਊ ਕਹਿੰਦੇ ਆ, ਠੀਕ ਹੈ। ਡੋਰਸਲ ਉੱਪਰਲਾ ਲੇਟਰਲ ਵਿਊ 'ਚੋਂ ਦੇਖਦੇ ਹਾਂ, ਫਿਰ ਇਹ ਸਾਰਾ ਡਾਇਗਰਾਮ ਦਿਖਦਾ। ਤਾਂ ਕਹਿੰਦਾ ਜੇ ਆਪਾਂ ਦੇਖੀਏ ਇਹਦਾ ਡਾਇਗਰਾਮ, ਜੇ ਆਪਾਂ ਦੇਖੀਏ ਤਾਂ ਕਹਿੰਦਾ ਜਿਹੜਾ ਬਾਹਰ ਵਾਲਾ ਹਿੱਸਾ ਹੈ ਉਹਨੂੰ ਕਹਿੰਦੇ ਆ ਸੈਰੀਬਰਲ ਕੋਰਟੈਕਸ, ਠੀਕ ਹੈ, ਜਿਹੜਾ, ਅਤੇ ਉਦੋਂ ਅੰਦਰ ਹੈਗਾ ਮੈਡੂਲਾ, ਅਤੇ ਆਹ ਜਿਹੜਾ ਸੀ ਸ਼ੇਪਡ ਸਟਰਕਚਰ ਜਿਹੜਾ ਇਹਨਾਂ ਦੋਨਾਂ ਨੂੰ ਜੋੜ ਕੇ ਬੈਠਾ ਵੀ ਇਹ ਅੱਡ ਅੱਡ ਨਹੀਂ ਹੈਗੇ ਦੋਨੋਂ ਹੈਮੀਸਫੀਅਰਸ, ਕਾਰਪਸ ਕੈਲੋਸਮ। ਐਂਡ ਕਾਰਪਸ ਕੈਲੋਸਮ ਇਜ਼ ਪ੍ਰੈਜੈਂਟ ਓਨਲੀ ਇਨ ਦਾ ਮੈਮਲਸ। ਮੈਮਲਸ ਦੇ ਵਿੱਚ ਹੀ ਇਹ ਸਟਰਕਚਰ ਹੈ ਜਿਹੜਾ ਉਹ ਪ੍ਰੈਜੈਂਟ ਹੁੰਦਾ, ਰਾਈਟ। ਦਿਸ ਇਜ਼ ਦੀ ਡੋਰਸਲ ਵਿਊ, ਉੱਪਰੋਂ ਦੇਖਿਆ ਇਹ ਆਪਾਂ, ਠੀਕ ਹੈ। ਆਹ ਵਾਲਾ ਆਹ ਆਪਾਂ ਸਾਈਡ ਤੋਂ ਦੇਖਿਆ, ਸਾਈਡ ਵਿਊ ਹੈ ਇਹ, ਲੇਟਰਲ ਆਪਾਂ ਕਹਿ ਸਕਦੇ ਹਾਂ। ਜਿਹੜਾ ਸੈਰੀਬਰਲ ਕੋਰਟੈਕਸ ਹੈ, ਜਿਹੜਾ ਬਾਹਰਲਾ ਸੈਰੀਬਰਲ ਕੋਰਟੈਕਸ, ਉਹਦੇ ਅੰਦਰ ਮੈਡੂਲਾ, ਦਿਸ ਇਜ਼ ਦੀ ਸੈਰੀਬਰਲ ਕੋਰਟੈਕਸ। ਆਹ ਜਿਹੜੇ ਮੈਂ ਦਾਣੇਦਾਰ ਬਣਾਇਆ ਹੋਇਆ ਸੈਰੀਬਰਲ ਕੋਰਟੈਕਸ। ਜਿਹੜੇ ਇਹ ਲੇਅਰ ਆਫ ਸੈਲਸ ਹੈ ਜਿਹੜੇ ਸੈਰੀਬਰਲ ਹੈਮੀਸਫੀਅਰ ਨੂੰ ਕਵਰ ਕਰਦੇ ਆ, ਸੈਲਸ ਜਿਹੜੇ ਸੈਰੀਬਰਲ ਹੈਮੀਸਫੀਅਰ ਦੇ ਉੱਤੇ ਪਏ ਹੈ ਉਹਨੂੰ ਕਹਿੰਦੇ ਆ ਸੈਰੀਬਰਲ ਕੋਰਟੈਕਸ, ਐਂਡ ਇਟ ਸ਼ੋਜ਼ ਫੋਲਡਸ। ਅਤੇ ਸੈਰੀਬਰਲ ਕੋਰਟੈਕਸ ਹੈ ਜਿਹੜਾ, ਜਿਹੜੇ ਸੈਰੀਬਰਲ ਕੋਰਟੈਕਸ ਕੀ ਸੈਲਸ ਜਿਹੜੇ ਸੈਰੀਬਰਲ ਹੈਮੀਸਫੀਅਰ ਦੇ ਉੱਤੇ ਪਏ ਹੈ, ਕਹਿੰਦਾ ਇਹਨਾਂ ਨੂੰ ਗ੍ਰੇ ਮੈਟਰ ਕਿਹਾ ਜਾਂਦਾ ਕਿਉਂਕਿ ਇਹਨਾਂ ਦੇ ਵਿੱਚ ਸਿਰਫ ਸੈੱਲ ਬੋਡੀਜ਼ ਪਈਆਂ। ਜਿਹੜਾ ਸੈਰੀਬਰਲ ਕੋਰਟੈਕਸ ਹੈ ਇਹਦੇ ਤਿੰਨ ਪਾਰਟਸ ਹੈ, ਮੋਟਰ ਏਰੀਆਜ਼, ਸੈਂਸਰੀ ਏਰੀਆਜ਼, ਐਸੋਸੀਏਸ਼ਨ ਏਰੀਆਜ਼। ਜਿੱਥੇ ਮੋਟਰ ਨਰਵਸ ਵਾਲਾ ਪਾਰਟ ਹੈ ਦੈਟ ਇਜ਼ ਦੀ ਮੋਟਰ ਏਰੀਆ, ਸੈਂਸਰੀ ਵਾਲਾ ਸੈਂਸਰੀ, ਜਿਹੜੇ ਨਾਈਦਰ ਮੋਟਰ ਨੋਰ ਸੈਂਸਰੀ ਦੋਨੋਂ ਕੰਮ ਜਾਂ ਉਹ ਕਰ ਸਕਦੇ ਆ ਦੈਟ ਇਜ਼ ਦੀ ਐਸੋਸੀਏਸ਼ਨ ਏਰੀਆਜ਼। ਅਤੇ ਇਨਰ ਪਾਰਟ ਸੀ ਜਿਹੜਾ ਉਹਨੂੰ ਆਪਾਂ ਕਿਹਾ ਸੀ ਮੈਡੂਲਾ, ਐਂਡ ਇਟ ਇਜ਼ ਦੀ ਵਾਈਟ ਮੈਟਰ ਬਿਕੋਜ਼ ਇਟ ਕੰਟੇਨਸ ਦੀ ਐਗਜ਼ੋਨਸ ਦੀ ਮਾਈਲੀਨੇਟਡ ਪਾਰਟਸ। ਜਿਹੜਾ ਸੈਰੀਬਰਮ ਹੈ ਇਹ ਬੇਟੇ ਥੈਲਾਮਸ ਦੇ ਉੱਤੇ ਲਿਪਟਿਆ ਹੁੰਦਾ, ਅਤੇ ਜਿਹੜਾ ਥੈਲਾਮਸ ਹੈ ਉਹ ਬੇਟੇ ਜਿਹੜਾ ਹੈਗਾ ਸੈਂਸਰੀ ਅਤੇ ਮੋਟਰ ਸਿਗਨਲਿੰਗ ਦੇ ਵਿੱਚ ਹੈਲਪ ਕਰਦਾ। ਜਿਹੜੀਆਂ ਮੋਟਰ ਨਰਵਸ ਅਤੇ ਸੈਂਸਰੀ ਨਰਵਸ ਕਿਵੇਂ ਮੈਸੇਜ ਲੈ ਕੇ ਜਾਂਦੀਆਂ, ਕਿਵੇਂ ਉਹ ਆਪਣੀ ਬੋਡੀ ਨੂੰ ਕੰਟਰੋਲ ਕਰ ਰਹੀਆਂ, this everything is controlled by the your thalamus. So it is the coordinating center for sensory and motor signaling. ਤੇ ਇਹਦੇ ਥੱਲੇ ਹੀ ਬੇਟੇ ਜਿਹੜਾ ਥੈਲਾਮਸ ਹੈ ਉਹਦੇ ਥੱਲੇ ਹੀ ਜੁੜਿਆ ਹੁੰਦਾ
hypothalamus, another part which we will do later on. ਹੁਣ ਆਪਾਂ ਬ੍ਰੇਨ ਦੇ 2 ਪਾਰਟਸ ਕਰ ਲਏ, forebrain ਦੇ 2 ਪਾਰਟਸ, olfactory lobes, cerebrum. ਥਰਡ ਪਾਰਟ ਆਫ ਦਾ forebrain is diencephalon. ਇਹਦਾ ਕੰਮ ਹੈ ਸੈਰੀਬਰਮ ਨੂੰ ਤੇ ਮਿਡ ਬ੍ਰੇਨ ਨੂੰ ਜੋੜਨਾ। ਤੇ ਇਹਦੇ ਵਿੱਚ ਇਹੋ ਜਿਹੇ ਸੈਂਟਰਸ ਆ ਜਿਹੜੇ ਆਪਣੇ ਬੋਡੀ ਦਾ ਟੈਂਪਰੇਚਰ ਮੇਨਟੇਨ ਕਰਨ 'ਚ ਹੈਲਪ ਕਰਦੇ ਆ, ਹੋਮਿਓਸਟੈਸਿਸ ਕਰਾਉਂਦੇ ਆ। ਆਪਾਂ ਨੂੰ ਭੁੱਖ ਲੱਗਦੀ ਆ, ਆਪਾਂ ਨੂੰ ਪਾਣੀ ਦੀ ਪਿਆਸ ਲੱਗਦੀ ਹੈ, ਇਹ ਸਾਰਾ ਆਪਾਂ ਨੂੰ ਕੌਣ ਦੱਸਦਾ ਹੈ? ਡਾਈਨਸੈਫਲੋਨ। ਦ ਨੈਕਸਟ ਜਿਹੜਾ ਹੈ ਪਾਰਟ ਆਫ ਦਾ ਬ੍ਰੇਨ ਇਜ਼ ਦੀ ਮੀਜ਼ਨਸੈਫਲੋਨ ਔਰ ਦੀ ਮਿਡ ਬ੍ਰੇਨ। ਠੀਕ ਹੈ, ਮਿਡ ਬ੍ਰੇਨ ਦਾ ਕੰਮ ਹੈ ਫੋਰ ਬ੍ਰੇਨ ਨੂੰ, ਫਰੰਟ ਬ੍ਰੇਨ ਨੂੰ ਬਿਹਾਈਂਡ ਬ੍ਰੇਨ ਦੇ ਨਾਲ ਜੋੜਨਾ। ਇਹਦੇ 2 ਪਾਰਟਸ ਹੈ, ਆਪਟਿਕ ਲੋਬਸ ਤੇ ਸੈਰੀਬਰਲ ਪਿਡੰਕਲਸ। ਆਪਟਿਕ ਲੋਬਸ ਹੈ ਜਿਹੜੇ 2 ਵੱਡੇ ਲੋਬਸ ਹੈ ਤੇ ਉਹਨਾਂ ਦੇ ਵਿਚਾਲੇ ਵੀ ਇੱਕ ਵੱਡ ਹੈ, ਇੱਕ ਫਿਸ਼ਰ ਹੈ। ਤੇ ਇਹ ਆਪਟਿਕ ਲੋਬਸ, ਆਪਟਿਕ ਵਰਡ ਇਜ਼ ਰਿਲੇਟਡ ਟੂ ਦੀ ਆਈ, ਇਹ ਆਪਣੇ ਆਈ ਨਾਲ ਰਿਲੇਟਡ ਜਿੰਨੇ ਵੀ ਮੈਸੇजेस ਹੈ ਉਹਨਾਂ ਨੂੰ ਕੰਟਰੋਲ ਕਰਦਾ ਹੈ। ਸੈਰੀਬਰਲ ਪਿਡੰਕਲਸ ਲੌਂਗ ਰਿਜਿਡ ਨਰਵ ਦੇ ਬਣੇ ਬੈਂਡਸ ਹੈ, ਨਿਊਰੋਨ ਦੇ ਬਣੇ ਬੈਂਡਸ ਹੈ। ਦੇ ਹੈਲਪ ਇਨ ਦੀ ਕੋਆਰਡੀਨੇਸ਼ਨ ਬਿਟਵੀਨ ਦੀ ਫਰੰਟ ਬ੍ਰੇਨ ਐਂਡ ਦੀ ਬਿਹਾਈਂਡ ਬ੍ਰੇਨ, ਫੋਰ ਬ੍ਰੇਨ ਐਂਡ ਦੀ ਹਾਈਂਡ ਬ੍ਰੇਨ। ਦੀ ਥਰਡ ਪਾਰਟ ਆਫ ਦੀ ਬ੍ਰੇਨ ਇਜ਼ ਦੀ ਹਾਈਂਡ ਬ੍ਰੇਨ। ਹਾਈਂਡ ਬ੍ਰੇਨ ਬੇਟੇ ਇਹਦੇ ਅੱਗੇ 3 ਪਾਰਟਸ ਹੈ, ਪੋਨਸ, ਸੈਰੀਬੈਲਮ, ਮੈਡੂਲਾ ਓਬਲੋਗੇਂਟਾ। ਪੋਨਸ ਹੈ ਜਿਹੜਾ ਬੇਟੇ ਇਹਦੇ ਕੋਲੇ ਨਰਵ ਫਾਈਬਰਸ ਹੈ, 2 ਬ੍ਰਿਜਿਸ ਹੈ, ਰਾਈਟ ਸੈਰੀਬਰਲ ਹੈਮੀਸਫੀਅਰ ਤੇ ਲੈਫਟ, ਉਹਨਾਂ ਦੋਨਾਂ ਨੂੰ ਇੱਕ ਦੂਜੇ ਦੇ ਨਾਲ ਮਤਲਬ ਬ੍ਰਿਜ ਬਣਾਉਂਦਾ ਹੈ। ਇਹਦੇ ਕੋਲੇ ਇਹਦੀਆਂ ਜਿਹੜੀਆਂ ਨਰਵ ਫਾਈਬਰਸ ਹੈ, ਪੋਨਸ ਇੱਕ ਇਹੋ ਜਿਹਾ ਸਟਰਕਚਰ ਹੈ ਜਿਹੜਾ 2 ਹੈਮੀਸਫੀਅਰਸ ਦੇ ਵਿਚਾਲੇ ਬ੍ਰਿਜ ਬਣਾਉਂਦਾ ਹੈ। ਸੈਰੀਬਰਮ, ਜੇ ਆਪਾਂ ਹਾਈਂਡ ਬ੍ਰੇਨ ਦੀ ਗੱਲ ਕਰੀਏ ਤਾਂ ਸੈਰੀਬਰਮ ਸਭ ਤੋਂ ਵੱਡਾ ਪਾਰਟ ਹੈ। ਜਦੋਂ ਆਪਾਂ ਤੁਰਦੇ ਹਾਂ ਆਪਣੀ ਬੋਡੀ ਦਾ ਬੈਲੈਂਸ ਬਣਾਉਣ 'ਚ ਹੈਲਪ ਕਰਦਾ ਹੈ ਅਤੇ ਆਪਣੇ ਮਸਲ ਦੀਆਂ ਮੂਵਮੈਂਟਸ ਨੂੰ ਕੰਟਰੋਲ ਕਰਦਾ ਹੈ। ਥਰਡ ਇਜ਼ ਦੀ ਮੈਡੂਲਾ ਓਬਲੋਗੇਂਟਾ, ਇਹ ਆਪਣਾ ਸਾਹ ਲੈਣਾ, ਕਾਰਡੀਓਵਾਸਕੂਲਰ ਰਿਫਲੈਕਸਿਸ, ਹਾਰਟ ਨਾਲ ਕੁਛ ਰਿਲੇਟਡ, ਬਲੱਡ ਪੰਪਿੰਗ ਨਾਲ, ਗੈਸਟ੍ਰਿਕ ਸਕ੍ਰੀਸ਼ਨਸ ਜਿਹੜੀਆਂ ਆਪਾਂ ਇੰਟੈਸਟਾਈਨ ਦੇ ਵਿੱਚ ਗੈਸਟ੍ਰਿਕ ਗਲੈਂਡਸ ਹੈ ਉਹਨਾਂ ਨੇ ਕਦੋਂ ਸਕਰੀਟ ਕਰਨੇ ਐਨਜ਼ਾਈਮਸ, ਦੈਟ ਇਜ਼ ਕੰਟਰੋਲਡ ਬਾਈ ਦੀ ਮੈਡੂਲਾ ਓਬਲੋਗੇਂਟਾ। ਜਿਹੜਾ ਮਿਡ ਬ੍ਰੇਨ ਹੈ ਅਤੇ ਹਾਈਂਡ ਬ੍ਰੇਨ ਹੈ, ਇਹਨਾਂ ਦੋਨਾਂ ਨੂੰ ਮਿਲਾ ਕੇ ਕਹਿ ਦਿੰਦੇ ਆ ਬ੍ਰੇਨ ਸਟੈਮ। ਅਤੇ ਮੈਡੂਲਾ ਓਬਲੋਗੇਂਟਾ ਤੋਂ ਬੇਟੇ ਅੱਗੇ ਜਾ ਕੇ ਜਿਹੜਾ ਮੈਡੂਲਾ ਓਬਲੋਗੇਂਟਾ ਪਾਰਟ ਹੈ ਬ੍ਰੇਨ ਦਾ, ਉਹਦੇ 'ਚੋਂ ਅੱਗੇ ਨਿਕਲਦੀ ਹੈ ਬੇਟੇ ਆਪਣੀ ਸਪਾਈਨਲ ਕੋਰਡ ਜਾਂ ਵਰਟੀਬਰਲ ਕੋਲਮ ਆਪਾਂ ਇਹਨੂੰ ਕਹਿੰਦੇ ਹਾਂ। ਇਹਦੇ ਵਿੱਚ ਵੀ ਬੇਟੇ ਉਹੀ 3 ਮੈਨੇਂਜਿਸ ਹੈ ਜਿਹੜੀਆਂ ਆਪਾਂ ਕੀਤੀਆਂ, DAP, ਠੀਕ ਹੈ, ਡਿਊਰਾਮੈਟਰ, ਅਰਕਨੋਇਡ ਅਤੇ ਪੀ ਮੈਟਰ। ਅਤੇ ਇਹਦੇ ਵਿੱਚ ਵੀ ਬੇਟੇ ਜਿਹੜੇ ਸਪੇਸ ਹੁੰਦੇ ਹੈ ਇਹਦੇ ਵਿੱਚ ਵੀ ਜਿਹੜਾ ਹੈ ਸੈਰੀਬਰੋ ਸਪਾਈਨਲ ਫਲੂਇਡ ਪਿਆ ਹੁੰਦਾ। ਕਹਿੰਦਾ ਜਿਹੜਾ ਸਪਾਈਨਲ ਕੋਰਡ ਹੈ ਇਹ 2-ਵੇ ਕੰਡਕਸ਼ਨ ਪਾਥਸ ਬਿਟਵੀਨ ਪੈਰੀਫਰਲ ਨਰਵਸ ਅਤੇ ਬ੍ਰੇਨ ਦੇ ਵਿੱਚ, ਬ੍ਰੇਨ ਨੂੰ ਅਤੇ ਪੈਰੀਫਰਲ ਨਰਵਸ ਨੂੰ ਵੀ ਜੋੜਦਾ, ਠੀਕ ਹੈ। ਅਤੇ ਰਿਫਲੈਕਸ ਐਕਸ਼ਨਸ ਨੂੰ ਵੀ ਸਪਾਈਨਲ ਕੋਰਡ ਹੈ ਜਿਹੜੀ ਉਹ ਕੰਟਰੋਲ ਕਰਦੀ ਹੈ। ਸੋ ਸਪਾਈਨਲ ਕੋਰਡ ਆਲਸੋ ਪਲੇਜ਼ ਅ ਵੈਰੀ ਇੰਪੋਰਟੈਂਟ ਰੋਲ। ਨਾਓ ਲੈਟ ਮੀ ਫੋਕਸ ਦੀ ਡਾਇਗਰਾਮ ਆਫ ਦੀ ਬ੍ਰੇਨ। ਹੁਣ ਆਪਾਂ ਡਿਫਰੈਂਟ ਪਾਰਟਸ ਆਪਾਂ ਬ੍ਰੇਨ ਦੇ ਜਿਹੜੇ ਹੈਗੇ ਆ ਉਹ ਕਰ ਚੁੱਕੇ ਹਾਂ, ਤਾਂ ਮੈਂ ਫਟਾਫਟ ਇੱਕ ਵਾਰ ਰਿਵਾਈਜ਼ ਕਰਾ ਦਿੰਦੀ ਹਾਂ। ਵੀ ਹੈਵ ਦੀ ਫੋਰ ਬ੍ਰੇਨ ਦੇ ਪਾਰਟਸ ਹੈ 올ਫੈਕਟਰੀ ਲੋਬਸ, ਸੈਰੀਬਰਮ ਅਤੇ ਡਾਈਸੈਫਲੋਨ। ਆਹ ਪਿਆ ਥੋੜ੍ਹਾ ਸੈਰੀਬਰਮ, ਬਹੁਤ ਸਾਰੇ ਰਿਜਿਸ ਹੈ, ਇਨਫੋਲਡਸ ਬਣੇ ਹੋਏ ਹੈ ਤਾਂ ਕਿ ਇਹਦੇ ਵਿੱਚ ਜਿਹੜਾ ਹੈਗਾ ਬਹੁਤ ਸਾਰੇ ਨਿਊਰੋਨਸ ਹੈ ਜਿਹੜੇ ਉਹ ਆ ਸਕਣ, ਰਾਈਟ। ਉਸ ਤੋਂ ਬਾਅਦ ਆਪਾਂ ਕਿਹਾ ਸੀਗਾ ਕਿ ਤੁਹਾਡਾ ਜਿਹੜਾ ਹੈਗਾ 2 ਹੈਮੀਸਫੀਅਰਸ 'ਚ ਟੁੱਟਿਆ ਹੋਇਆ ਹੈਗਾ, ਰਾਈਟ ਅਤੇ ਲੈਫਟ, ਉਹਨੂੰ ਆਪਾਂ ਕਹਿੰਦੇ ਹਾਂ ਸੈਰੀਬਰਲ ਹੈਮੀਸਫੀਅਰ। ਫਿਰ ਬੇਟੇ ਕਾਰਪਸ ਕੈਲੋਜ਼ਮ, ਇਹ ਉਹ ਸੀ ਸ਼ੇਪਡ ਸਟਰਕਚਰ ਜਿਹਦੇ ਨਾਲ 2 ਹੈਮੀਸਫੀਅਰਸ ਜੁੜੇ ਹੋਏ ਆ। ਬਾਹਰੋਂ ਆਪਾਂ ਨੂੰ ਲੱਗਦਾ ਅਲੱਗ-ਅਲੱਗ ਹੈ ਪਰ ਇਹ ਅੰਦਰੋਂ ਦੀ ਜੁੜੇ ਹੋਏ ਹੈ। ਜਿਹੜਾ ਡਾਈਨਸੈਫਲੋਨ ਹੈ ਬੇਟੇ ਉਹਦੇ 3 ਪਾਰਟਸ ਹੈ, ਜਿਵੇਂ ਆਪਾਂ ਕਰਦੇ ਹਾਂ ਥੈਲਾਮਸ ਅਤੇ ਹਾਈਪੋਥੈਲਾਮਸ। ਇਹਨਾਂ ਬਾਰੇ ਆਪਾਂ ਨੂੰ ਪਤਾ ਹੈ। ਜਿਹੜਾ ਥੈਲਾਮਸ ਹੈ ਇਹ ਕੋਆਰਡੀਨੇਟਿੰਗ ਸੈਂਟਰ ਫॉर ਸੈਂਸਰੀ ਐਂਡ ਮੋਟਰ ਸਿਗਨਲਿੰਗ ਹੈ।
ਬੇਸ ਤੇ ਹਾਈਪੋਥੈਲਮਸ ਪਿਆ, ਇਹ ਆਪਣਾ ਬੋਡੀ ਟੈਂਪਰੇਚਰ, ਅਰਜ ਫॉर ਈਟਿੰਗ, ਡਰਿੰਕਿੰਗ ਤੇ ਹਾਈਪੋਥੈਲਮਿਕ ਹਾਰਮੋਨ ਪੈਦਾ ਕਰਦਾ ਹੈ। ਜਿਹੜਾ ਹਾਈਪੋਥੈਲਮਸ ਹੈ ਹਾਈਪੋਥੈਲਮਿਕ ਹਾਰਮੋਨ ਵੀ ਪੈਦਾ ਕਰਦਾ ਹੈ। ਫਿਰ ਬੇਟੇ ਆ ਗਿਆ ਮਿਡ ਬ੍ਰੇਨ। ਮਿਡ ਬ੍ਰੇਨ 'ਚ ਮੈਂ ਤੁਹਾਨੂੰ ਦੱਸ ਚੁੱਕੀ ਹਾਂ ਜਿਹੜੇ ਉਹਦੇ ਪਾਰਟਸ ਹੈਗੇ ਆ, ਆਪਟਿਕ ਲੋਬਸ ਤੇ ਸੈਰੀਬਰਲ ਪਿਡੰਕਲਸ। ਦੈਨ ਵੀ ਕਮ ਟੂ ਦੀ ਹਿੰਡ ਬ੍ਰੇਨ। ਹਿੰਡ ਬ੍ਰੇਨ ਦੇ 3 ਪਾਰਟਸ, ਦਿਸ ਇਜ਼ ਦੀ ਪੋਨਸ, ਸੈਰੀਬੈਲਮ, ਮੈਡੂਲਾ ਓਬਲੋਗੈਂਟਾ। ਤੇ ਮੈਡੂਲਾ ਓਬਲੋਗੈਂਟਾ ਤੋਂ ਹੀ ਗਾਂ ਆਪਾਂ ਨੂੰ ਪਤਾ ਸਪਾਈਨਲ ਕੋਰਡ ਹੈ ਜਿਹੜੀ ਉਹ ਨਿਕਲ ਰਹੀ ਹੈ। ਸੋ ਇਹ ਆਪਾਂ ਇਹਨਾਂ ਦੇ ਆਪਾਂ ਫੰਕਸ਼ਨਸ ਵੀ ਕਰ ਚੁੱਕੇ ਹਾਂ। ਜਿਹੜਾ ਪੋਨਸ ਹੈ ਇਹ ਆਪਾਂ ਕਹਿਣਾ ਫਾਈਬਰਸ ਦਾ ਬਣਿਆ ਹੋਇਆ ਟਰੈਕ ਹੈ ਜਿਹੜਾ ਕਿ ਹਿੰਡ ਬ੍ਰੇਨ ਨੂੰ ਜੋੜਦਾ ਵਿਦ ਦੀ ਮਿਡ ਬ੍ਰੇਨ, ਹੈ ਨਾ। ਇਟ ਇਟ ਇਜ਼ ਇੰਟਰਕਨੈਕਟਡ ਵਿਦ ਦੀ ਅਦਰ ਪਾਰਟਸ ਆਫ ਦੀ ਬ੍ਰੇਨ। ਸੈਰੀਬਲਮ ਹੈ ਜਿਹੜਾ ਇਹ ਆਪਣੇ ਜਿਹੜੇ ਹੈਗੇ ਆ ਬੈਲੈਂਸ ਜਦੋਂ ਆਪਾਂ ਮੂਵ ਕਰਦੇ ਹਾਂ ਉਹ ਮੇਨਟੇਨ 'ਚ ਹੈਲਪ ਕਰਦਾ ਹੈ। ਮੈਡੂਲਾ ਓਬਲੋਗੈਂਟਾ ਆਪਣੇ ਐਕਸ਼ਨਸ ਜਿਵੇਂ ਰੈਸਪੀਰੇਸ਼ਨ, ਜਿਹੜੇ ਐਕਸ਼ਨਸ ਆ ਡਿਫਰੈਂਟ ਬੋਡੀ ਦੇ ਰਿਫਲੈਕਸਿਸ, ਕਾਰਡੀਓਵਾਸਕੂਲਰ ਰਿਫਲੈਕਸਿਸ, ਗੈਸਟ੍ਰਿਕ ਸਕ੍ਰੀਸ਼ਨਸ ਵਗੈਰਾ ਨੂੰ ਕੰਟਰੋਲ ਕਰਦਾ ਹੈ। So students, that's all about the structure of the brain. I hope you have understood the 3 parts and their functions.